ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਜਿਹੜਾ SST ਦਾ ਸਿਵਿਕਸ ਦਾ ਚੈਪਟਰ ਆ ਉਹਦਾ ਪਾਰਟ 3 ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ। ਐਂਡ ਇਹਦੇ ਵਿੱਚ ਆਪਾਂ ਅੱਜ ਪੜ੍ਹਾਂਗੇ ਕਿ ਭਾਰਤੀ ਨਾਗਰਿਕਾਂ ਦੇ ਜਿਹੜੇ ਅਧਿਕਾਰ ਮਿਲੇ ਹੋਏ ਨੇ, ਰਾਈਟਸ ਨੇ ਜਿਹੜੇ ਫੰਡਾਮੈਂਟਲ, ਉਹਨਾਂ ਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ। ਤਾਂ ਪਹਿਲਾ ਅਧਿਕਾਰ ਹੈ ਜਿਹੜਾ ਉਹ ਸਮਾਨਤਾ ਦਾ ਅਧਿਕਾਰ ਹੈ। ਸਮਾਨਤਾ ਮੀਨਸ ਕਿ ਸਭ ਤੋਂ ਪਹਿਲਾਂ ਕਾਨੂੰਨ ਦੇ ਸਾਹਮਣੇ ਸਮਾਨਤਾ। ਕਾਨੂੰਨ ਦੇ ਸਾਹਮਣੇ ਜੇਕਰ ਆਪਾਂ ਸਮਾਨਤਾ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇਹ ਚੀਜ਼ ਹੈ ਕਿ ਨਾਗਰਿਕ ਨੇ ਜਿਹੜੇ ਉਹ ਕਾਨੂੰਨ ਦੇ ਸਾਹਮਣੇ ਜਿਹੜੇ ਹੈਗੇ ਨੇ ਸਾਰੇ ਇੱਕੋ ਜਿਹੇ ਨੇ, ਮਤਲਬ ਇੱਕ ਬਰਾਬਰ ਨੇ। ਸਾਰਿਆਂ ਨੂੰ ਜਿਹੜਾ ਕਾਨੂੰਨ ਹੈ, ਜਿਹੜਾ ਨਿਆਂ ਹੈ, ਉਹ ਪੂਰਨ ਤੌਰ 'ਤੇ ਇੱਕ ਜਿਹੜਾ ਹੈਗਾ ਉਹ ਸਮਾਨ ਮਿਲਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਵਿਤਕਰੇ ਦੀ ਮਨਾਹੀ। ਕਿਸੇ ਵੀ ਨਾਗਰਿਕ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ, ਮਤਲਬ ਊਚ ਨੀਚ ਦੀ ਕੋਈ ਭਾਵਨਾ ਹੈ ਜਿਹੜੀ ਉਹ ਨਹੀਂ ਰੱਖੀ ਜਾਂਦੀ। ਅਵਸਰ ਦੀ ਸਮਾਨਤਾ। ਜੇ ਕੋਈ ਰੋਜ਼ਗਾਰ ਹੈ ਜਾਂ ਕੋਈ ਪਦਵੀ ਹੈ, ਉਹਦੇ ਵਾਸਤੇ ਜਿਹੜੇ ਸਾਰੇ ਨਾਗਰਿਕ ਨੇ ਉਹਨਾਂ ਨੂੰ ਸਮਾਨ ਰਾਖਵਾਂਕਰਨ ਹੈ ਜਿਹੜਾ ਉਹ ਵੀ ਦਿੱਤਾ ਜਾਂਦਾ ਅਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਅੱਗੇ ਲਿਆਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ। ਛੂਤ ਛਾਤ ਦੀ ਮਨਾਹੀ, ਮਤਲਬ ਕਿ ਸਦੀਆਂ ਤੋਂ ਚੱਲੀ ਆ ਰਹੀ ਛੂਤ ਛਾਤ ਦੀ ਜਿਹੜੀ ਬਿਮਾਰੀ ਨੂੰ ਸਮਾਪਤ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਕਿਸੇ ਵੀ ਰੂਪ ਵਿੱਚ ਅਮਲ ਵਿੱਚ ਲਿਆਉਣਾ ਭਾਰਤੀ ਸੰਵਿਧਾਨ ਤੋਂ ਵਰਜਿਤ ਹੈ। ਉਪਾਧੀਆਂ ਜਾਂ ਖਿਤਾਬਾਂ ਦੀ ਸਮਾਪਤੀ। ਸੰਵਿਧਾਨ ਅਨੁਸਾਰ ਸੈਨਿਕ ਅਤੇ ਵਿਦਿਅਕ ਉਪਾਧੀਆਂ ਨੂੰ ਛੱਡ ਕੇ ਰਾਜ ਦੁਆਰਾ ਕੋਈ ਹੋਰ ਵੀ ਉਪਾਧੀ ਨਹੀਂ ਦਿੱਤੀ ਜਾਏਗੀ। ਭਾਰਤ ਦਾ ਨਾਗਰਿਕ ਕਿਸੇ ਵਿਦੇਸ਼ੀ ਰਾਜ ਤੋਂ ਉਪਾਧੀ ਪ੍ਰਾਪਤ ਨਹੀਂ ਕਰੇਗਾ। ਦੂਸਰਾ ਆ ਗਿਆ ਜੀ ਆਜ਼ਾਦੀ ਦਾ ਅਧਿਕਾਰ। ਸਾਰਿਆਂ ਨੂੰ ਮੀਨਸ ਕਿ ਸੁਤੰਤਰਤਾ ਦਾ ਅਧਿਕਾਰ ਦਾ ਬਹੁਤ ਮਹੱਤਵ ਹੈ। ਸਾਰਿਆਂ ਨੂੰ ਮਤਲਬ ਸੁਤੰਤਰਤਾ ਹੈ ਜਿਹੜੀ ਉਹ ਮਿਲੀ ਹੋਈ ਹੈ। ਸੁਤੰਤਰਤਾ ਦਾ ਅਧਿਕਾਰ ਹੈ ਜਿਹੜਾ ਲੋਕਤੰਤਰ ਦਾ ਆਪਣਾ ਥੰਮ ਹੈ। ਡੈਮੋਕ੍ਰੇਟਿਕ ਦਾ ਜਿਹੜਾ ਡੈਮੋਕ੍ਰੇਟਿਕ ਆਪਣਾ ਨੇਸ਼ਨ ਹੈ ਉਹਦਾ ਜਿਹੜਾ ਹੈਗਾ ਪਿੱਲਰ ਮੰਨਿਆ ਜਾਂਦਾ ਹੈ। ਸੰਵਿਧਾਨ ਦੇ 19ਵੇਂ ਅਨੁਛੇਦ ਅਧੀਨ ਹੇਠ ਲਿਖੀਆਂ ਸੁਤੰਤਰਤਾਵਾਂ ਜਿਹੜੀਆਂ ਨਾਗਰਿਕ ਨੂੰ ਪ੍ਰਦਾਨ ਹੋਈਆਂ ਨੇ। ਭਾਸ਼ਣ ਦੇਣ ਦੀ, ਹਥਿਆਰ ਤੋਂ ਬਿਨਾਂ ਸ਼ਾਂਤਮਈ ਰੂਪ ਵਿੱਚ ਇਕੱਤਰ ਹੋਣ ਦੀ ਆਜ਼ਾਦੀ, ਸਮੂਹ ਜਾਂ ਸੰਘ ਸਥਾਪਿਤ ਕਰਨ ਦੀ ਆਜ਼ਾਦੀ, ਸਮੁੱਚੇ ਭਾਰਤ ਵਿੱਚ ਫਿਰਨ ਤੁਰਨ ਦੀ ਆਜ਼ਾਦੀ, ਦੇਸ਼ ਦੇ ਕਿਸੇ ਵੀ ਭਾਗ 'ਚ ਰਹਿਣ ਨਿਵਾਸ ਸਥਾਨ ਬਣਾਉਣ ਦੀ ਸੁਤੰਤਰਤਾ, ਕਿਸੇ ਵੀ ਕਾਰੋਬਾਰ ਕਰਨ ਦੀ ਆਜ਼ਾਦੀ। ਉਸ ਤੋਂ ਬਾਅਦ ਆ ਗਿਆ ਜੀ ਤੀਜਾ ਸ਼ੋਸ਼ਣ ਦੇ ਵਿਰੁੱਧ ਅਧਿਕਾਰ। ਭਾਰਤੀ ਸੰਵਿਧਾਨ ਵਿੱਚ ਮਨੁੱਖ ਦੇ ਵਪਾਰ ਅਤੇ ਬਿਨਾਂ ਵੇਤਨ ਜਬਰੀ ਕੰਮ ਕਰਾਉਣ ਦੀ ਮਨਾਹੀ ਕੀਤੀ ਗਈ ਹੈ। ਮਤਲਬ ਕਿ ਅਗਰ ਤੁਹਾਨੂੰ ਕੋਈ ਸੈਲਰੀ ਨਹੀਂ ਮਿਲ ਰਹੀ ਹੈਗੀ ਤਾਂ ਤੁਸੀਂ ਉਹ ਕੰਮ ਨਹੀਂ ਕਰੋਗੇ। ਉਹ ਸ਼ੋਸ਼ਣ ਦੇ ਜਿਹੜਾ ਹੈਗਾ ਅਕੋਰਡਿੰਗਲੀ ਉਹ ਕੰਮ ਹੈ ਤੁਸੀਂ ਨਹੀਂ ਕਰ ਸਕਦੇ। ਇਸ ਦੀ ਉਲੰਘਣਾ ਕਰਨ ਵਾਲੇ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾ ਸਕਦੀ ਹੈ। 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ 'ਤੇ ਨਹੀਂ ਲਗਾਇਆ ਜਾ ਸਕਦਾ, ਉਹ ਬਾਲ ਸ਼ੋਸ਼ਣ ਦੇ ਵਿੱਚ ਆ ਜਾਂਦਾ ਹੈ। ਚੌਥਾ ਆ ਗਿਆ ਜੀ ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਸੰਵਿਧਾਨ ਦੁਆਰਾ ਭਾਰਤ ਨੂੰ ਧਰਮ ਨਿਰਪੱਖ ਰਾਜ ਕਿਹਾ ਗਿਆ ਹੈ। ਤਾਂ ਕੋਈ ਵੀ ਜਿਹੜਾ ਵਿਅਕਤੀ ਹੈ, ਕੋਈ ਵੀ ਜਿਹੜਾ ਹੈਗਾ ਉਹ ਆਪਣਾ ਮਨਪਸੰਦ ਹੈ ਜਿਹੜਾ ਉਹ ਜਾਂ ਉਹਨਾਂ ਨੂੰ ਮਨ ਭਾਉਂਦਾ ਜੋ ਵੀ ਉਹਨਾਂ ਨੂੰ ਦਿਲ ਕਰਦਾ ਉਹ ਜਿਹੜਾ ਧਰਮ ਹੈ ਉਹ ਅਪਣਾ ਸਕਦੇ ਨੇ ਅਤੇ ਉਸ ਦੇ ਵਿਰੁੱਧ ਕੋਈ ਵੀ ਜਿਹੜਾ ਹੈਗਾ ਤੁਸੀਂ ਕਾਰਵਾਈ ਨਹੀਂ ਕਰ ਸਕਦੇ। ਵਿਦਿਅਕ ਅਤੇ ਸੱਭਿਆਚਾਰਕ ਅਧਿਕਾਰ। ਇਹ ਭਾਰਤ ਇੱਕ ਬਹੁ ਧਰਮੀ, ਬਹੁ ਭਾਸ਼ਾਈ ਅਤੇ ਬਹੁ ਸੱਭਿਆਚਾਰਾਂ ਵਾਲਾ ਦੇਸ਼ ਹੈ। ਇਸ ਲਈ ਘੱਟ ਗਿਣਤੀ ਵਾਲੇ ਲੋਕਾਂ ਦੇ ਹਿੱਤਾਂ ਲਈ ਹੇਠ ਲਿਖੇ ਪ੍ਰਬੰਧ ਕੀਤੇ ਗਏ ਨੇ। ਉਹਨਾਂ ਵਿੱਚ ਕੀ ਹੈ ਜੀ, ਹਰੇਕ ਸੰਪਰਦਾਇ ਨੂੰ ਆਪਣੀ ਭਾਸ਼ਾ ਜਾਂ ਲਿਪੀ ਦੀ ਸੁਰੱਖਿਆ ਅਤੇ ਵਿਕਾਸ ਕਰਨ ਦਾ ਅਧਿਕਾਰ ਹੈ ਜੀ। ਸਰਕਾਰੀ ਵਿਦਿਅਕ ਸੰਸਥਾਵਾਂ ਜਾਂ ਰਾਜ ਵੱਲੋਂ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਵਿੱਚ ਕਿਸੇ ਨੂੰ ਧਰਮ, ਭਾਸ਼ਾ ਜਾਂ ਜਾਤੀ ਦੇ ਆਧਾਰ 'ਤੇ ਦਾਖਲਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਧਰਮ ਦੇ ਆਧਾਰ 'ਤੇ ਘੱਟ ਗਿਣਤੀਆਂ ਨੂੰ ਆਪਣੀ ਇੱਛਾ ਅਨੁਸਾਰ ਵਿਦਿਅਕ ਸੰਸਥਾਵਾਂ ਸਥਾਪਿਤ ਕਰਨ ਦਾ ਅਧਿਕਾਰ ਹੈ। ਉਸ ਤੋਂ ਬਾਅਦ ਆ ਗਿਆ ਜੀ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਨਾਗਰਿਕਾਂ ਨੂੰ ਅਧਿਕਾਰ ਪ੍ਰਦਾਨ ਕਰਨੇ ਹੀ ਕਾਫੀ ਨਹੀਂ ਹੈਗੇ, ਤਾਂ ਉਹਦੇ ਵਿੱਚ ਇਹ ਹੈ ਕਿ ਉਹਨਾਂ 'ਤੇ ਅਮਲ ਵੀ ਕੀਤਾ ਜਾਵੇ ਅਤੇ ਉਹਨਾਂ ਦਾ ਸਤਿਕਾਰ ਵੀ ਕੀਤਾ ਜਾਵੇ। ਜੇਕਰ ਸਮੇਂ ਦੀ ਸਰਕਾਰ ਇਹਨਾਂ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ ਤਾਂ ਨਾਗਰਿਕਾਂ ਪਾਸ ਉਹਨਾਂ ਦੇ ਵਿਰੁੱਧ ਕਾਨੂੰਨੀ ਉਪਾਅ ਨੇ ਜਿਹੜੇ ਉਹ ਹੋਣੇ ਚਾਹੀਦੇ ਨੇ, ਜਿਨ੍ਹਾਂ ਨੂੰ ਆਪਾਂ ਕੌਂਸਟੀਟਿਊਸ਼ਨਲ ਰੈਮੀਡੀਜ਼ ਦਾ ਨਾਮ ਦਿੰਦੇ ਹਾਂ। ਭਾਰਤੀ ਸੰਵਿਧਾਨ ਅਧੀਨ ਨਾਗਰਿਕਾਂ ਦੇ ਅਧਿਕਾਰ ਦੇ ਵਿਰੁੱਧ ਕੀਤੇ ਕਾਰਜਾਂ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ। ਭਾਰਤੀ ਨਾਗਰਿਕਾਂ ਦੇ ਇਸ ਅਧਿਕਾਰ ਨੂੰ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਹੈ ਜਿਹੜਾ ਉਹ ਕਿਹਾ ਗਿਆ ਹੈ। ਤਾਂ ਐਂਡ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਸੰਵਿਧਾਨ ਦੁਆਰਾ ਦਿੱਤੇ ਗਏ ਇਹਨਾਂ ਮੌਲਿਕ ਅਧਿਕਾਰਾਂ ਬਾਰੇ ਕੁਝ ਲੋਕਾਂ ਦਾ ਵਿਚਾਰ ਹੈ ਕਿ ਇਹਨਾਂ ਅਧਿਕਾਰਾਂ 'ਤੇ ਸਰਕਾਰ ਨੂੰ ਜੋ ਬੰਦਿਸ਼ਾਂ ਲਗਾਉਣ ਦਾ ਅਧਿਕਾਰ ਸੌਂਪਿਆ ਹੈ ਉਸ ਨਾਲ ਇਹਨਾਂ ਦਾ ਮਹੱਤਵ ਹੈ ਜਿਹੜਾ ਉਹ ਘੱਟ ਗਿਆ ਹੈ। ਠੀਕ ਹੈ ਜੀ। ਭਾਰਤੀ ਨਾਗਰਿਕਾਂ ਦੇ ਹੁਣ ਜੇਕਰ ਆਪਾਂ ਕਰਤੱਵਾਂ ਦੀ ਗੱਲ ਕਰੀਏ, ਫੰਡਾਮੈਂਟਲ ਡਿਊਟੀਜ਼ ਆਫ ਇੰਡੀਅਨ ਸਿਟੀਜ਼ਨਸ, ਤਾਂ ਉਹਦੇ ਵਿੱਚ ਕੀ ਹੈ ਜੀ, 1976 ਵਿੱਚ ਜਿਹੜੀ 42ਵੀਂ ਸੰਵਿਧਾਨਿਕ ਸੋਧ ਹੋਈ ਸੀਗੀ ਉਹਦੇ ਵਿੱਚ ਸੈਕਸ਼ਨ ਜਿਹੜਾ 4A ਸੀਗਾ ਉਹ ਜੋੜ ਕੇ ਨਾਗਰਿਕਾਂ ਦੇ ਹੇਠ ਲਿਖੇ 10 ਕਰਤੱਵ ਨੇ ਜਿਹੜੇ ਉਹ ਅੰਕਿਤ ਕੀਤੇ ਗਏ ਨੇ। ਉਹਦੇ ਵਿੱਚ ਉਹ ਕੀ ਹੈ, ਸੰਵਿਧਾਨ ਦੀ ਪਾਲਣਾ ਕਰਨਾ, ਇਹਨਾਂ ਦੇ ਆਦਰਸ਼ਾਂ, ਸੰਸਥਾਵਾਂ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਸਨਮਾਨ ਕਰਨਾ ਆਪਣਾ ਪਰਮ ਫਰਜ਼ ਹੈ। ਆਜ਼ਾਦੀ ਲਈ ਕਿਸੇ
ਵੀ ਜਿਹੜੇ ਰਾਸ਼ਟਰੀ ਸੰਘਰਸ਼ ਨੂੰ ਉਤਸ਼ਾਹਿਤ ਕਰਨ ਵਾਲੇ ਆਦਰਸ਼ਾਂ ਦਾ ਸਨਮਾਨ ਤੇ ਪਾਲਣਾ ਕਰਨਾ ਵੀ ਆਪਣਾ ਕਰਤੱਵ ਹੈ। ਤੀਸਰਾ ਆ ਜਾਂਦਾ ਹੈ ਜੀ ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਦਾ ਸਮਰਥਨ ਅਤੇ ਉਹਨਾਂ ਦੀ ਰੱਖਿਆ ਕਰਨੀ। ਦੇਸ਼ ਦੀ ਰੱਖਿਆ ਅਤੇ ਪੁਕਾਰ ਤੇ ਰਾਸ਼ਟਰੀ ਸੇਵਾ ਕਰਨੀ। ਧਾਰਮਿਕ, ਭਾਸ਼ਾਈ, ਖੇਤਰ ਜਾਂ ਵਰਗੀ ਭਿੰਨਤਾ ਤੋਂ ਉੱਤੇ ਉੱਠ ਕੇ ਭਾਰਤ ਦੇ ਸਾਰੇ ਲੋਕਾਂ ਵਿੱਚ ਮੇਲ ਮਿਲਾਪ ਅਤੇ ਸਾਂਝੇ ਭਾਈਚਾਰੇ ਦੀ ਭਾਵਨਾ ਵਿਕਸਿਤ ਕਰਕੇ ਅਤੇ ਇਸਤਰੀਆਂ ਦੇ ਗੌਰਵ ਦਾ ਨਿਰਾਦਰੀ ਕਰਨ ਵਾਲੀਆਂ ਜਿਹੜੀਆਂ ਪ੍ਰਥਾਵਾਂ ਨੇ ਉਹਨਾਂ ਦਾ ਆਪਾਂ ਤਿਆਗ ਕਰ ਲੈਣਾ, ਜਿਵੇਂ ਸਤੀ ਪ੍ਰਥਾ ਹੋ ਗਈ, ਉਹ ਸਾਰੀਆਂ ਚੀਜ਼ਾਂ। ਸਾਂਝੇ ਸੱਭਿਆਚਾਰ ਤੇ ਸ਼ਾਨਦਾਰ ਵਿਰਸੇ ਦਾ ਆਦਰ ਕਰਨਾ ਅਤੇ ਇਸ ਨੂੰ ਕਾਇਮ ਰੱਖਣਾ। ਜੰਗਲਾਂ, ਝੀਲਾਂ, ਨਦੀਆਂ, ਜੰਗਲੀ ਜੀਵਨ ਅਤੇ ਕੁਦਰਤੀ ਵਾਤਾਵਰਣ ਦੀ ਰੱਖਿਆ ਕਰਨੀ। ਜੀਵ ਜੰਤੂਆਂ ਪ੍ਰਤੀ ਦਇਆ ਕਰਨੀ। ਵਿਗਿਆਨਿਕ ਸਭਾ, ਮਾਨਤਾਵਾਦ, ਜਾਂਚ ਕਰਨ ਅਤੇ ਸੁਧਾਰਕਵਾਦੀ ਭਾਵਨਾ ਦਾ ਵਿਕਾਸ ਕਰਨਾ। ਜਨਤਕ ਸੰਪੱਤੀ ਦੀ ਰੱਖਿਆ ਕਰਨਾ ਅਤੇ ਹਿੰਸਾ ਦਾ ਤਿਆਗ ਕਰਨਾ। ਵਿਅਕਤੀਗਤ ਅਤੇ ਸਮੂਹਿਕ ਗਤੀਵਿਧੀਆਂ ਦੇ ਹਰੇਕ ਖੇਤਰ ਨੂੰ ਉੱਤਮਤਾ ਹਾਸਿਲ ਕਰਨਾ। 11ਵਾਂ ਆ ਜਾਂਦਾ ਜੇ ਮਾਤਾ ਪਿਤਾ ਜਾਂ ਸਰਪ੍ਰਸਤ ਹੈ 6 ਸਾਲਾਂ ਤੋਂ 14 ਸਾਲਾਂ ਤੱਕ ਦੀ ਉਮਰ ਵਾਲੇ ਆਪਣੇ ਜਿਹੋ ਜਿਹੀ ਵੀ ਸਥਿਤੀ ਹੋਵੇ ਬਾਲਕ ਜਾਂ ਪ੍ਰਤੀਪਾਲਕ ਨੂੰ ਸਿੱਖਿਆ ਦੇ ਮੌਕੇ ਪ੍ਰਦਾਨ ਕਰੋ। ਇਹਨਾਂ ਕਰਤੱਵਾਂ ਦੇ ਪਿੱਛੇ ਕਾਨੂੰਨੀ ਸ਼ਕਤੀ ਨਹੀਂ ਹੈ, ਪਰ ਨੈਤਿਕ ਸ਼ਕਤੀ ਇਹਨਾਂ ਦਾ ਜਿਹੜਾ ਮੂਲ ਆਧਾਰ ਆ ਮੰਨੀ ਜਾਂਦੀ ਹੈ। ਕਰਤੱਵਾਂ ਦੇ ਖੇਤਰ ਵਿੱਚ ਨੈਤਿਕ ਸ਼ਕਤੀ ਵਧੇਰੇ ਪ੍ਰਭਾਵਸ਼ਾਲੀ ਸਿੱਧ ਹੁੰਦੀ ਹੈ ਜੀ। ਕਰਤੱਵਾਂ ਦੀ ਪਾਲਣਾ ਵਿਅਕਤੀ ਦੇ ਸੰਸਕਾਰਾਂ, ਉਸਦੀ ਜ਼ਿੰਮੇਵਾਰੀ ਦੀ ਭਾਵਨਾ ਅਤੇ ਆਤਮਾ 'ਤੇ ਹੀ ਨਿਰਭਰ ਕਰਦੀ ਹੈ। ਤਾਂ ਇਹ ਸੀਗਾ ਜੀ ਪਾਰਟ 3 ਆਪਣਾ ਚੈਪਟਰ ਦਾ, ਜਿਹਦੇ ਵਿੱਚ ਫੰਡਾਮੈਂਟਲ ਰਾਈਟਸ ਅਤੇ ਫੰਡਾਮੈਂਟਲ ਡਿਊਟੀਜ਼ ਬਾਰੇ ਦੱਸਿਆ ਗਿਆ। ਹੋਮਵਰਕ ਦੇ ਵਿੱਚ ਤੁਸੀਂ ਕਰਨਾ ਜੀ ਭਾਰਤੀ ਨਾਗਰਿਕਾਂ ਦੇ ਕੋਈ 2 ਅਧਿਕਾਰ ਦੱਸਣੇ ਨੇ ਅਤੇ ਭਾਰਤੀ ਨਾਗਰਿਕਾਂ ਦਾ ਕੋਈ ਇੱਕ ਫਰਜ਼ ਦੱਸਣਾ, ਜਿਹਨੂੰ ਆਪਾਂ ਕਰਤੱਵ ਕਹਿੰਦੇ ਹਾਂ। ਠੀਕ ਹੈ ਜੀ। ਅਤੇ ਹੇਠ ਲਿਖੇ ਅਧਿਕਾਰਾਂ ਦੀ ਸੰਖੇਪ ਵਿਆਖਿਆ ਕਰਨੀ ਆ। ਸਮਾਨਤਾ ਦਾ ਅਧਿਕਾਰ, ਸੁਤੰਤਰਤਾ ਦਾ, ਸ਼ੋਸ਼ਣ ਦੇ ਵਿਰੁੱਧ ਅਧਿਕਾਰ ਅਤੇ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਠੀਕ ਹੈ ਜੀ। ਟਿਲ ਦੈਨ ਤੁਸੀਂ ਹੋਮਵਰਕ ਕੰਪਲੀਟ ਕਰਨਾ। ਨੈਕਸਟ ਵੀਡੀਓ ਲੈ ਕੇ ਜਲਦੀ ਮਿਲਾਂਗੇ। ਥੈਂਕ ਯੂ।